ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨ ਹੋਈ। ਹੇ ਗੁਰਸਿੱਖੋ, ਜੀਵ ਨੇ ਨਾਮ ਰੂਪੀ ਦਾਰੂ ਨੂੰ ਦੁੱਖ ਰੂਪ ਮੰਨਿਆ ਹੈ ਅਤੇ ਰੋਗ ਰੂਪ ਵਿਸ਼ਿਆਂ ਨੂੰ ਸੁਖ ਮੰਨਿਆ ਹੋਇਆ। ਜੀਵ ਅੰਮ੍ਰਿਤ ਵੇਲੇ ਉੱਠਣ ਵਿੱਚ ਦੁੱਖ ਮੰਨਦਾ ਹੈ, ਜੋ ਦਾਰੂ ਹੈ, ਤੇ ਸੌਣ ਵਿੱਚ ਸੁਖ ਮੰਨਦਾ ਹੈ, ਜੋ ਰੋਗ ਰੂਪ ਹੈ। ਦੁੱਖ ਰੂਪ ਸੰਸਾਰ ਦੇ ਪਦਾਰਥਾਂ ਨੂੰ ਕਲਯੁਗੀ ਜੀਵਾਂ ਨੇ ਦਾਰੂ ਮੰਨਿਆ ਹੋਇਆ ਹੈ ਤੇ ਨਾਮ ਰੂਪ ਸੁੱਖ ਨੂੰ ਰੋਗ ਰੂਪ ਮੰਨਿਆ ਹੋਇਆ। ਜਿੰਨਾ ਚਿਰ ਜੀਵ ਵਿਸ਼ੇ ਸੁੱਖ ਵਿੱਚ ਲੱਗਿਆ ਹੋਇਆ, ਉਨਾ ਚਿਰ ਪਰਮੇਸ਼ਰ ਦੇ ਮਿਲਣ ਦੀ ਤਾਮ ਇੱਛਾ ਨਹੀਂ ਹੁੰਦੀ। ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹਉ ਕਰੀ ਨ ਹੋਈ। ਉਹ ਗੁਰਸਿੱਖ ਤਾਂ ਇਸ ਤਰ੍ਹਾਂ ਨਿਸ਼ਚੇ ਕਰਦੇ ਹਨ ਕਿ ਹੇ ਵਾਹਿਗੁਰੂ, ਤੁਸੀਂ ਆਪ ਹੀ ਸਾਰੇ ਜਗਤ ਨੂੰ ਪੈਦਾ ਕਰਨ ਵਾਲੇ ਹੋ। ਮੈਂ ਭਾਵ ਅਸੀਂ ਤਾਂ ਕੁਝ ਵੀ ਨਹੀਂ ਕਰ ਸਕਦੇ। ਹੇ ਕਰਤਾ ਪੁਰਖ ਵਾਹਿਗੁਰੂ, ਤੁਸੀਂ ਆਪ ਹੀ ਦਇਆ ਦ੍ਰਿਸ਼ਟੀ ਨੂੰ ਕਰਨ ਵਾਲੇ ਹੋ। ਅਸੀਂ ਕੋਈ ਚੀਜ਼ ਨਹੀਂ ਹਾਂ। ਜੇ ਅਸੀਂ ਹਉ ਹੰਗਤਾ ਦੇ ਨਾਲ ਕੁਝ ਕਰੀਏ ਤਾਂ ਵੀ ਹੋ ਨਹੀਂ ਸਕਦਾ। ਭਗਤ ਕਬੀਰ ਸਾਹਿਬ ਫਰਮਾਉਂਦੇ ਨਾ, ਕਬੀਰ ਜੋ ਮੈਂ ਚਿਤਵੋ ਨਾ ਕਰੈ, ਕਿਆ ਮੇਰੇ ਚਿਤਵੇ ਹੋਏ। ਆਪਣਾ ਚਿਤਵਿਆ ਹਰ ਕਰੈ, ਜੋ ਮੇਰੇ ਚਿਤ ਨਾ ਹੋਏ। ਭੈਰੋ ਰਾਗ ਵਿੱਚ ਭਗਤ ਨਾਮਦੇਵ ਜੀ ਬਖਸ਼ਿਸ਼ ਕਰਕੇ ਫਰਮਾਉਂਦੇ ਹਨ, ਮੇਰਾ ਕੀਆ ਕਛੂ ਨ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ ਰਹਾਉ। ਹੇ ਵਾਹਿਗੁਰੂ, ਆਪ ਜੀ ਤੋਂ ਮਨ ਬਾਣੀ ਸਰੀਰ ਕਰਕੇ ਬਲਹਾਰ ਕੁਰਬਾਨ ਜਾਂਦੇ ਹਾਂ। ਤੂੰ ਆਪ ਹੀ ਆਪਣੀ ਕੁਦਰਤ ਸ਼ਕਤੀ ਦੁਆਰਾ ਮਾਇਆ ਦੁਆਰਾ ਜਗਤ ਨੂੰ ਰਚਿਆ ਹੈ ਤੇ ਆਪ ਹੀ ਸੱਤਾ ਦੇਣ ਵਾਲਾ ਅਧਿਸ਼ਠਾਨ ਰੂਪ ਹੋ ਕੇ, ਪ੍ਰਕਾਸ਼ਤਾ ਰੂਪ ਹੋ ਕੇ ਸਾਰਿਆਂ ਵਿੱਚ ਵਸ ਰਿਹਾ ਹੈ। ਤੇਰਾ ਕੀਏ ਤੁਹਾਡੇ ਗੁਣਾਂ ਦਾ ਕਿਸੇ ਬ੍ਰਹਮਾ ਵਿਸ਼ਨੂੰ ਸ਼ਿਵ ਦੇ ਪਾਸੋਂ ਅੰਤ ਨਹੀਂ ਜਾਣਿਆ ਜਾਂਦਾ। ਭਾਵ ਤੂੰ ਬੇਅੰਤ ਹੈ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ। ਹੇ ਜੋਤ ਪ੍ਰਕਾਸ਼ ਰੂਪ ਵਾਹਿਗੁਰੂ, ਜਿਹੜੀ ਸ੍ਰਿਸ਼ਟੀ ਵਿੱਚ ਕੋਈ ਵੀ ਚੀਜ਼ ਉਤਪਤ ਹੋਈ ਹੈ, ਇਸ ਸਾਰੀਆਂ ਜਾਤ ਉਤਪਤ ਹੋਈਆਂ ਚੀਜ਼ਾਂ ਵਿੱਚ ਜੋਤ ਵਿਆਪਕ ਪਰਮੇਸ਼ਰ ਤੂੰ ਆਪ ਹੈ। ਹੇ ਜੋਤੀ ਸਰੂਪ ਪਰਮੇਸ਼ਰ, ਸ੍ਰਿਸ਼ਟੀ ਵਿੱਚ ਤੂੰ ਆਪ ਹੀ ਹੈ ਤੇ ਤੇਰੇ ਵਿੱਚ ਹੀ ਜੋਤੀ ਸਰੂਪ ਸ੍ਰਿਸ਼ਟੀ ਜਾਣੀ ਜਾਂਦੀ ਹੈ। ਫਿਰ ਪ੍ਰਸ਼ਨ ਹੈ, ਹੇ ਸਤਿਗੁਰੂ ਜੀ, ਇਹ ਸ੍ਰਿਸ਼ਟੀ ਜੋਤੀ ਸਰੂਪ ਵਿੱਚ ਕਿਵੇਂ ਜਾਣੀਦੀ ਹੈ? ਫਿਰ ਸਤਿਗੁਰੂ ਕਿਰਪਾ ਕਰਦੇ ਹਨ, ਜਾਤ ਮਹਿ ਜੋਤ, ਜੋਤ ਮਹਿ ਜਾਤਾ। ਇਹ ਜੋ ਸ੍ਰਿਸ਼ਟੀ ਪੈਦਾ ਹੋਈ ਹੈ, ਇਸ ਦੇ ਵਿੱਚ ਪਰਮੇਸ਼ਰ ਦਾ ਅਧਿਸ਼ਠਾਨ ਸਰੂਪ ਹੈ ਅਤੇ ਜੋਤੀ ਸਰੂਪ ਵਿੱਚ ਸ੍ਰਿਸ਼ਟੀ ਅਧਿਅਸਤ ਰੂਪ ਹੈ, ਭਾਵ ਕਲਪਤ ਰੂਪ ਹੈ। ਜਿਵੇਂ ਰੱਸੀ ਵਿੱਚ ਸੱਪ ਕਲਪਿਆ ਹੁੰਦਾ, ਸਿੱਪੀ ਵਿੱਚ ਚਾਂਦੀ ਕਲਪੀ ਹੁੰਦੀ, ਇਉਂ ਜੋਤੀ ਸਰੂਪ ਤੇਰੇ ਵਿੱਚ ਸ੍ਰਿਸ਼ਟੀ ਹੈ ਤੇ ਇਹਨਾਂ ਸਾਰਿਆਂ ਵਿੱਚ ਤੂੰ ਅਧਿਸ਼ਠਾਨ ਸਰੂਪ ਕਰਕੇ ਜਾਣਿਆ ਜਾਂਦਾ ਹੈ। ਫਿਰ ਵਾਹਿਗੁਰੂ ਤੂੰ ਅਕਲ, ਅਕਲ ਕਹੀਏ ਕਲ ਕਲਪਨਾ ਤੋਂ ਆਨਾਮ ਰਹਿਤ ਹੈ, ਕਲਾ ਲੜਾਈ ਤੋਂ ਰਹਿਤ ਹੈ, ਕਲਾ ਸ਼ਕਤੀਆਂ ਕਰਕੇ ਭਰਪੂਰ ਲਬਾ ਲਬ ਭਰਿਆ ਹੋਇਆ ਹੈ ਤੇ ਸਾਰੇ ਵਿਆਪਕ ਹੋ ਰਿਹਾ, ਸਾਰਿਆਂ ਦੇ ਪੇਟਾਂ ਨੂੰ ਭਰ ਕੇ ਪੂਰਤ ਕਰਨ ਵਾਲਾ ਹੋ ਰਿਹਾ। ਤੂੰ ਸੱਚਾ ਸਾਹਿਬ ਸਿਫਤ ਸੁਆਲਿਓ, ਜਿਨ ਕੀਤੀ ਸੋ ਪਾਰ ਪਿਆ। ਹੇ ਵਾਹਿਗੁਰੂ, ਤੂੰ ਸੱਚਾ ਸਾਹਿਬ ਮਾਲਕ ਹੈ ਅਤੇ ਤੇਰੀ ਸਿਫਤ ਉਪਮਾ ਸਲਾਹੁਣੇ ਯੋਗ ਹੈ। ਸੁਆਲਿਓ ਸੁੰਦਰ ਹੈ। ਜਿਸ ਨੇ ਤੁਹਾਡੀ ਸਿਫਤ ਕੀਤੀ ਹੈ, ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ, ਮੁਕਤ ਹੋ ਗਿਆ। ਕਹੋ ਨਾਨਕ ਕਰਤੇ ਕੀਆ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਗੁਰਸਿੱਖੋ, ਸਿਰਜਣਹਾਰ ਪਰਮੇਸ਼ਰ ਦੀਆਂ ਬਾਤਾਂ, ਜਸ ਰੂਪ ਗੁਣਾਂ ਵਾਲੀਆਂ ਬਾਤਾਂ ਗੱਲਾਂ ਕਹਿਆ ਕਰੋ।
ਜੋ ਕੁਝ ਪਰਮੇਸ਼ਰ ਨੇ ਕਰਨਾ ਹੈ ਉਹ ਕਰ ਰਿਹਾ ਹੈ, ਭਾਵ ਜੋ ਕੁਝ ਪਰਮੇਸ਼ਰ ਪਿੱਛੇ ਕਰਦਾ ਸੀ ਹੁਣ ਕਰ ਰਿਹਾ, ਅਤੇ ਅੱਗੇ ਨੂੰ ਵੀ ਜੋ ਕੁਝ ਕਰਨਾ ਹੋਵੇਗਾ ਸੋ ਕਰੇਗਾ। ਇਸ ਲਈ ਉਸ ਪਰਮੇਸ਼ਰ ਦੀ ਰਜ਼ਾ ਵਿੱਚ ਹੀ ਪ੍ਰਸੰਨ ਰਹੋ, ਕਿਉਂਕਿ ਉਸਨੇ ਜੋ ਕੁਝ ਕਰਨਾ ਉਹ ਕਰ ਰਿਹਾ। ਮਹੱਲਾ ਦੂਜਾ। ਅੱਗੇ ਪ੍ਰਸ਼ਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਖਡੂਰ ਸਾਹਿਬ ਅਰਜ਼ ਕੀਤੀ, ਸਤਿਗੁਰੂ ਸਾਧਾਰਨ ਸਾਂਝਾ ਧਰਮ ਕੀ ਤੇ ਵੱਖਰੋ ਵੱਖਰਾ ਅਸਾਧਾਰਨ ਧਰਮ ਕੀ ਹੈ। ਸਤਿਗੁਰੂ ਉੱਤਰ ਦਿੰਦੇ ਪਹਿਲਾਂ ਅਸਾਧਾਰਨ ਧਰਮ ਦੋ ਤੁਕਾਂ ਵਿੱਚ ਕਥਨ ਕਰਦੇ ਆ। ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣਹਿ। ਪ੍ਰਸ਼ਨ ਜੋਗੀਆਂ ਦਾ ਧਰਮ ਕੀ ਹੈ। ਉੱਤਰ ਆ ਜੋਗੀਆਂ ਦਾ ਸ਼ਬਦੰ ਧਰਮ ਆਪ ਗਿਆਨ ਧਾਰਨ ਕਰਨਾ ਤੇ ਦੂਸਰੇ ਨੂੰ ਗਿਆਨ ਦਾ ਸ਼ਬਦੰ ਉਪਦੇਸ਼ ਦੇਣਾ। ਫਿਰ ਪ੍ਰਸ਼ਨ ਬ੍ਰਾਹਮਣ ਦਾ ਧਰਮ ਕੀ ਹੈ। ਉੱਤਰਿਆ ਬ੍ਰਹਮ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣੈ। ਸੋ ਕਹਿੰਦੇ ਬ੍ਰਾਹਮਣ ਦਾ ਸ਼ਬਦੰ ਧਰਮ ਹੈ ਵੇਦਾਂ ਦਾ ਪੜ੍ਹਨਾ ਪੜ੍ਹਾਉਣਾ, ਜਗ ਕਰਨਾ ਕਰਾਉਣਾ, ਦਾਨ ਲੈਣਾ ਦੇਣਾ ਤੇ ਸੰਧਿਆ ਇਸ਼ਨਾਨ ਜਪ ਹੋਮ ਵਿਦੇਵ ਅਰਚਾ ਅਥਿਤ ਪੂਜਾ ਕਰਨੀ ਤੇ ਕਰਾਉਣੀ। ਵੇਦ ਦੇ ਉਪਦੇਸ਼ ਨੂੰ ਆਪ ਗ੍ਰਹਿਣ ਕਰਨਾ ਤੇ ਹੋਰਨਾਂ ਦੇ ਤਾਈਂ ਵੇਦ ਦਾ ਉਪਦੇਸ਼ ਦੇਣਾ, ਇਹ ਬ੍ਰਾਹਮਣਾਂ ਦਾ ਧਰਮ ਹੈ। ਫਿਰ ਪ੍ਰਸ਼ਨ ਖੱਤਰੀ ਦਾ ਕੀ ਧਰਮ ਹੈ। ਸਤਿਗੁਰੂ ਅੱਗੇ ਦੱਸਦੇ ਆ, ਖੱਤਰੀ ਸ਼ਬਦੰ ਸੂਰ ਸ਼ਬਦੰ। ਖੱਤਰੀ ਦਾ ਇਹ ਸ਼ਬਦੰ ਧਰਮ ਹੈ ਕਿ ਆਪ ਸੂਰਮਾ ਹੋਵੇ ਅਤੇ ਹੋਰਨਾਂ ਨੂੰ ਸੂਰਮਤਾਈ ਦਾ ਸ਼ਬਦੰ ਉਪਦੇਸ਼ ਦੇਣਾ ਕਰੇ। ਜੈਸਾ ਕਿ ਪਾਤਸ਼ਾਹ ਜੀ ਦਾ ਪਾਵਨ ਵਾਕ ਹੈ, ਜੋ ਕਿ ਕ੍ਰਿਸ਼ਨ ਅਵਤਾਰ ਸ਼ੰਤ ਹੈ, ਸਵਈਆ ਛਤਰੀ ਕੋ ਪੂਤ ਹੋਂ ਬਾਮਨ ਕੋ ਨਹਿ ਕਹਿ ਤਪ ਆਵਤ ਹੈ ਜੋ ਕਰੋ। ਅਰ ਔਰ ਜੰਜਾਰ ਜਿਤੋ ਗ੍ਰਹਿ ਕੋ ਤੁਹ ਤਿਆਗ ਕਹਾ ਚਿਤ ਤਾ ਮੈਂ ਧਰੋ। ਅਬ ਰੀਝ ਕੈ ਦੇਹੋ ਵਹਿ ਹਮ ਕੋ ਜੋ ਹੋ ਬਿਨਤੀ ਕਰ ਜੋਰ ਕਰੋ। ਜਬ ਆਓ ਕੀ ਔਦ ਨਿਦਾਨ ਬਨੈ ਅਤ ਹੀ ਰਣ ਮੈਂ ਤਬ ਜੂਝ ਮਰੋ। ਅੱਗੇ ਪ੍ਰਸ਼ਨ ਸੂਦਰ ਦਾ ਕੀ ਧਰਮ ਹੈ। ਉੱਤਰ ਦਿੰਦੇ ਆ, ਸੂਦਰ ਸ਼ਬਦੰ ਪ੍ਰਾਕ੍ਰਿਤ ਹੈ। ਸੂਦਰ ਦਾ ਸ਼ਬਦੰ ਭਾਵ ਧਰਮ, ਪਰਾ ਭਾਵ ਪਰਾਈ ਕਿਰਤ ਕਰਨੀ ਹੈ। ਸੋ ਅੱਗੇ ਹੈ ਵੈਸ਼ਾਂ ਦਾ ਕੀ ਧਰਮ ਹੈ। ਸਤਿਗੁਰੂ ਦੱਸਦੇ ਪਰਾ, ਗੁਰ ਉੱਤਰ ਦਿੰਦੇ ਵਿਸ਼ੇਸ਼ ਕਰਕੇ ਆਪਣੀ ਕਿਰਤ ਖੇਤੀ ਕਰਨੀ, ਦੁਕਾਨਾਂ ਆਦਿ ਦੀ ਕਰਨੀ, ਇਹ ਵੈਸ਼ਾਂ ਦਾ ਧਰਮ ਆ। ਅੱਗੇ ਹੁਣ ਸਤਿਗੁਰੂ ਜੀ ਸਾਧਾਰਨ ਧਰਮ ਦੀ ਬਾਬਤ ਕਥਨ ਕਰਦੇ ਆ। ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭੇਉ। ਹੇ ਗੁਰਸਿੱਖੋ, ਸਰਬ ਸਾਰਿਆਂ ਦਾ ਸਾਂਝਾ ਸ਼ਬਦੰ ਧਰਮ ਇੱਕ ਅਦੁੱਤੀ ਬ੍ਰਹਮ ਨੂੰ ਹੀ ਜਾਣਨਾ ਤੇ ਸਾਰਿਆਂ ਨੂੰ ਉਸ ਦਾ ਉਪਦੇਸ਼ ਦੇਣਾ। ਜੇਕਰ ਕੋਈ ਗੁਰਮੁਖ ਜਨ ਇਸ ਭੇਦ ਨੂੰ ਜਾਣਦਾ ਹੈ, ਨਾਨਕ ਤਾਕਾ ਦਾਸ ਹੈ ਸੋਈ ਨਿਰੰਜਨ ਦੇਵ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਹੜਾ ਜੀਵ ਉਸ ਵਾਹਿਗੁਰੂ ਦਾ ਦਾਸ ਸੇਵਕ ਹੈ, ਉਹ ਦੇਵ ਪ੍ਰਕਾਸ਼ ਸਰੂਪ ਦਾ ਰੂਪ ਹੀ ਬਣ ਜਾਂਦਾ ਹੈ। ਹੁਣ ਸਤਿਗੁਰੂ ਸਾਹਿਬ ਜੀ ਜੀਵ ਤੇ ਈਸ਼ਰ ਦੀ ਏਕਤਾ ਕਰਦੇ ਹੋਏ ਮਹਾਵਾਕ ਰੂਪ ਬਚਨ ਉਚਾਰਨ ਕਰਦੇ ਹਨ। ਮਹੱਲਾ ਦੂਜਾ। ਏਕ ਕ੍ਰਿਸ਼ਨੰ ਸਰਬ ਦੇਵਾ ਦੇਵ ਦੇਵਾ ਤਾ ਆਤਮਾ। ਜੋ ਇੱਕ ਕ੍ਰਿਸ਼ਨੰ ਸ਼ੁੱਧ ਬ੍ਰਹਮ ਹੈ, ਉਹੀ ਸਾਰਿਆਂ ਦਾ ਦੇਵਾ ਪ੍ਰਕਾਸ਼ਕ ਹੈ। ਕ੍ਰਿਸ਼ਨੰ ਕ੍ਰਿਸ ਭੂਮੀ ਭੂਮਾ ਰੂਪ ਬ੍ਰਹਮ, ਕ੍ਰਿਸ ਜਿਸ ਵਿੱਚ ਮੁੜੱਪਣ ਪੁਣਾ ਨੰ ਕਹੀਏ ਨਾ ਹੋਵੇ, ਜਿਸ ਵਿੱਚ ਕ੍ਰਿਸ ਕਮਜ਼ੋਰੀ ਨੰ ਕਹੀਏ ਨਹੀਂ ਹੈ। ਇੱਕੋ ਇੱਕ ਕ੍ਰਿਸ ਅਗਨੀ ਦੀ ਨਿਆਈ ਪ੍ਰਕਾਸ਼ ਸਰੂਪ ਸਰਬ ਨੰ ਕਹੀਏ ਨੂੰ ਚੇਸ਼ਟਾ ਕਰਨ ਵਾਲਾ, ਭਾਵ ਜੋ ਪਰਮੇਸ਼ਰ ਸ਼ਕਤੀ ਵਾਲਾ ਸਾਰਿਆਂ ਨੂੰ ਚੇਸ਼ਟਾ ਕਰਨ ਵਾਲਾ ਈਸ਼ਰ ਬਣ ਗਿਆ ਤੇ ਅਵਿਦਿਆ ਦੇ ਅਧੀਨ ਜੀਵ ਬਣ ਗਿਆ। ਇਸ ਕਰਕੇ ਜੀਵ ਤੇ ਈਸ਼ਰ ਇੱਕੋ ਹੀ ਰੂਪ ਹੈ। ਦੇਵ ਦੇਵਾ ਤਾਂ ਆਤਮਾ। ਪਾਤਸ਼ਾਹ ਫਰਮਾਉਂਦੇ ਆ ਕਿ ਜਿਹੜਾ ਦੇਵ ਦੇਵਾ, ਮਹਾਰਾਜ ਕਹਿੰਦੇ ਦੇਵ ਦੇਵਤਿਆਂ ਦਾ ਦੇਵਾ ਪ੍ਰਕਾਸ਼ ਰੂਪ ਹੈ, ਉਹ ਤਾਂ ਆਤਮਾ ਜੀਵ ਰੂਪ ਹੀ
ਰਜੀਵ ਰੂਪ ਵੀ ਆਪ ਹੀ ਹੈ। ਸੋ ਅੱਗੇ ਸ਼ੰਕਾ ਸੀ ਕਿ ਚੰਦ ਸੂਰਜ ਆਦਿਕ ਵੀ ਪ੍ਰਕਾਸ਼ ਵਾਲੇ ਹਨ। ਨਿਵਰਤੀ ਹੈ ਕਿ ਦੇਵ ਦੇਵਾ ਤਾਂ ਆਤਮਾ। ਉਹ ਤਾਂ ਸਾਰਿਆਂ ਚੰਦ ਸੂਰਜ ਆਦਿਕਾਂ ਦੇ ਦੇਵ ਪ੍ਰਕਾਸ਼ਕਾਂ ਦਾ ਵੀ ਦੇਵਾ ਪ੍ਰਕਾਸ਼ਕ ਹੈ। ਭਾਵ ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ। ਉਹ ਚੰਦਰਮਾ ਨੂੰ ਵੀ ਰੋਸ਼ਨੀ ਦੇਣ ਵਾਲਾ ਆਪ ਹੈ, ਸੂਰਜ ਨੂੰ ਵੀ ਸੱਤਿਆ ਦੇਣ ਵਾਲਾ ਆਪ ਹੈ। ਆਤਮਾ ਬਾਸ ਦਿਵਸੈ ਜੇ ਕੋ ਜਾਣੈ ਭੇਉ। ਫਿਰ ਆਤਮਾ ਜੀਵ ਬਾਸ ਦੇ ਵਸੈ ਬ੍ਰਹਮ ਦਾ ਰੂਪ ਹੈ। ਜੋ ਜੀਵ ਆਤਮਾ ਅੰਤਹਿਕਰਨ ਦਾ ਸਾਖੀ ਰੂਪ ਹੈ, ਉਹ ਵਾਸਦੇਵ ਦਾ ਰੂਪ ਹੈ, ਜੋ ਸਾਰਿਆਂ ਨੂੰ ਬਾਸ ਦੇ ਵਸੈ। ਬਾਸ ਦੇਵ ਸੈ, ਬਾਸ ਵਾਸਾ ਦੇਣ ਵਾਲਾ, ਦੇਵ ਪ੍ਰਕਾਸ਼ ਰੂਪ ਹੈ। ਸੈ ਨਾਮ ਉਹੀ ਮਾਇਆ ਸਬਲ ਬ੍ਰਹਮ ਰੂਪ ਵੀ ਆਪ ਹੈ। ਭਾਵ ਜੀਵ ਈਸ ਦਾ ਸਮ ਰੂਪ ਹੈ। ਜੇ ਕਹੀਏ ਜੇਕਰ ਕੋ ਨਾਮ ਕੋਈ ਜੀਵ ਇਸ ਭੇਉ ਭੇਦ ਨੂੰ ਗੁਰਾਂ ਦੁਆਰਾ ਜਾਣ ਲਵੇ। ਨਾਨਕ ਤਾਕਾ ਦਾਸ ਹੈ ਸੋਈ ਨਿਰੰਜਨ ਦੇਵ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜੇ ਕੋਈ ਉਸ ਪਰਮੇਸ਼ਰ ਦਾ ਦਾਸ ਸੇਵਕ ਹੈ, ਉਹ ਨਿਰੰਜਨ ਮਾਇਆ ਆਕਾਰਾਂ ਤੋਂ ਰਹਿਤ ਦੇਵ ਪ੍ਰਕਾਸ਼ ਰੂਪ ਪਰਮੇਸ਼ਰ ਦਾ ਰੂਪ ਹੀ ਹੈ। ਮਹੱਲਾ ਪਹਿਲਾ। ਸਤਿਗੁਰੂ ਜੀ ਚਾਰ ਨਿਯਮ ਦੱਸਦੇ ਹਨ। ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨ ਹੋਏ। ਪਹਿਲਾ ਨਿਯਮ ਜਿਸ ਪ੍ਰਕਾਰ ਕੁੰਭੇ ਹੁੰਦਾ ਘੜੇ ਦਾ ਬੱਧਾ ਬੰਨਿਆ ਹੋਇਆ ਜਲ ਪਾਣੀ ਟਿਕਿਆ ਰਹਿੰਦਾ। ਦੂਸਰਾ ਨਿਯਮ ਪਰ ਕੁੰਭ, ਘੜਾ ਜਲ ਪਾਣੀ ਤੋਂ ਬਿਨ ਬਗੈਰ ਪੈਦਾ ਨਹੀਂ ਹੁੰਦਾ, ਬਣ ਨਹੀਂ ਸਕਦਾ। ਜੇਕਰ ਮਿੱਟੀ ਵਿੱਚ ਜਲ ਪਾਈਏ ਤਾਂ ਘੜਾ ਬਣਦਾ। ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨ ਹੋਏ। ਤੀਸਰਾ ਨਿਯਮ ਗਿਆਨ ਦਾ ਬੰਨਿਆ ਮਨ ਹਿਰਦਾ ਟਿਕਿਆ ਰਹਿੰਦਾ। ਚੌਥਾ ਨਿਯਮ ਪਰ ਗੁਰ ਸਤਿਗੁਰੂ ਜੀ ਤੋਂ ਬਗੈਰ ਗਿਆਨ ਦੀ ਪ੍ਰਾਪਤੀ ਵੀ ਨਹੀਂ ਹੁੰਦੀ। ਫਿਰ ਪ੍ਰਸ਼ਨ ਸੀ, ਹੈ ਸਤਿਗੁਰੂ ਜੀ, ਆਪ ਜੀ ਕਹਿੰਦੇ ਹੋ ਕਿ ਪਾਣੀ ਬੰਨਿਆ ਰਹਿੰਦਾ, ਪਰ ਪਾਣੀ ਤਲਾਵਾਂ ਵਿੱਚ ਖੜਾ ਤੇ ਨਹਿਰਾਂ ਵਿੱਚ ਚੱਲਦਾ ਵੇਖੀਦਾ। ਗੁਰ ਉੱਤਰ ਦਿੰਦੇ ਆ, ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨ ਹੋਏ। ਜਿਵੇਂ ਵੀ ਕੁੰਭੇ ਕੁੰਭ ਨਾਮ ਪਾਣੀ ਦੇ ਭੇ ਨਾਮ ਆਸਰੇ ਤਲਾ ਛੱਪੜ ਨਹਿਰਾਂ ਨਦੀਆਂ ਆਦਿਕਾਂ ਹਨ। ਭਾਵ ਪਾਣੀ ਦੇ ਆਸਰੇ ਕਰਕੇ ਹੀ ਤਲਾਅ ਨਹਿਰਾਂ ਆਦਿ ਵਿੱਚ ਜਲ ਬੰਨਿਆ ਰਹਿੰਦਾ, ਤੇ ਜਲ ਪਾਣੀ ਤੋਂ ਬਗੈਰ ਕੁੰਭ ਨਾਮ ਪਾਣੀ ਦਾ ਹੋਰ ਕੋਈ ਭੇ ਆਸਰਾ ਨਹੀਂ ਹੋ ਸਕਦਾ, ਕਿਉਂਕਿ ਜੇ ਪਾਣੀ ਹੋਵੇਗਾ ਤਾਂ ਹੀ ਆਸਰਾ ਹੋਵੇਗਾ। ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨ ਹੋਏ। ਇਸੇ ਪ੍ਰਕਾਰ ਗਿਆਨ ਦਾ ਬੰਨਿਆ ਹੋਇਆ ਮਨ ਸਥਿਤ ਰਹਿੰਦਾ ਅਤੇ ਪੂਰਨ ਸਤਿਗੁਰਾਂ ਤੋਂ ਬਗੈਰ ਗਿਆਨ ਨਹੀਂ ਹੋ ਸਕਦਾ। ਜਿਵੇਂ ਘੜੇ ਦਾ ਨਿਮਿੱਤ ਕਾਰਨ ਘੁਮਿਆਰ ਤੇ ਮਿੱਟੀ ਉਪਾਦਾਨ ਕਾਰਨ ਹੈ, ਇਸੇ ਤਰ੍ਹਾਂ ਪੂਰੇ ਗੁਰਾਂ ਦਾ ਉਪਦੇਸ਼ ਗਿਆਨ ਦਾ ਨਿਮਿੱਤ ਕਾਰਨ ਤੇ ਸ਼ੁੱਧ ਅੰਤਹਿਕਰਨ ਗਿਆਨ ਦਾ ਉਪਾਦਾਨ ਕਾਰਨ ਹੈ, ਜਿਸ ਵਿੱਚ ਮਨ ਸਥਿਤ ਹੋਇਆ ਰਹਿੰਦਾ ਹੈ। ਪੌੜੀ। ਪੜਿਆ ਹੋਵੈ ਗੁਨਹਗਾਰ, ਤਾ ਓਮੀ ਸਾਧ ਨ ਮਾਰੀਐ। ਵੇਦ ਸ਼ਾਸਤਰਾਂ ਧਾਰਮਿਕ ਪੁਸਤਕਾਂ ਆਦਿਕ ਨੂੰ ਪੜ੍ਹਿਆ ਹੋਇਆਂ ਪੁਰਸ਼ ਗੁਨਹਗਾਰ ਪਾਪੀ ਗੁਨਾਹਾਂ ਨੂੰ ਗਾਰ ਰੱਖਣ ਵਾਲਾ ਭਾਵ ਗ੍ਰਹਿਣ ਕਰਨ ਵਾਲਾ ਹੋਵੇ, ਪਰ ਵਾਹਿਗੁਰੂ ਦੀ ਦਰਗਾਹ ਵਿੱਚ ਤਾਂ ਉਸਦੇ ਥਾਂ ਓਮੀ ਅਨਪੜ੍ਹ ਅੱਖਰ ਨਾ ਜਾਣਨ ਵਾਲਾ ਸ੍ਰੇਸ਼ਟ ਜੀਵਨ ਵਾਲਾ ਨਹੀਂ ਮਾਰਿਆ ਜਾਵੇਗਾ, ਭਾਵ ਪ੍ਰਲੋਕ ਵਿੱਚ ਨਹੀਂ ਮਾਰਿਆ ਜਾਵੇਗਾ। ਜੇਹਾ ਘਾਲੇ ਘਾਲਣਾ ਤੇ ਵੇਹੋ ਨਾਉ ਪਚਾਰੀਐ। ਇਸ ਲੋਕ ਵਿੱਚ ਜੀਵ ਜਿਹੋ ਜਿਹੀ ਘਾਲੇ ਕਮਾਈ ਨੂੰ ਘਾਲਣਾ ਕਮਾਵੇਗਾ, ਜਿਸ ਤਰ੍ਹਾਂ ਦਾ ਕਰਮ ਕਰੇਗਾ, ਤੇ ਵੇਹੋ ਉਹ ਜਿਹਾ ਨਾਮ ਲੈ ਕੇ ਹੀ ਦੁਨੀਆ ਵਿੱਚ ਪਚਾਰੀਐ ਸੱਦਿਆ ਜਾਵੇਗਾ, ਭਾਵ ਪ੍ਰਸਿੱਧ ਹੋ ਜਾਵੇਗਾ। ਜੋ ਧਰਮ ਕਮਾਵੈ ਤਿਸ ਧਰਮ ਨਾਉ ਹੋਵੈ, ਪਾਪ ਕਮਾਣੈ ਪਾਪੀ ਜਾਣੀਐ। ਐਸੀ ਕਲਾ ਨ ਖੇਡੀਐ, ਜਿਤ ਦਰਗਹਿ ਗਿਆ ਹਾਰੀਐ। ਇਹੋ ਜਿਹੀ ਜੀਵਨ ਵਿੱਚ ਕਲਾ ਖੇਡ ਬਾਜੀ ਨਹੀਂ ਖੇਡਣੀ ਚਾਹੀਦੀ, ਜਿਸ ਖੇਡ ਖੇਡਣ ਨਾਲ ਵਾਹਿਗੁਰੂ ਦਰਬਾਰ ਗਿਆ ਨੂੰ ਹਾਰਨਾ ਪਵੇ। ਪੜਿਆ ਅਤੇ ਓਮੀਆ ਵਿਚਾਰ ਅੱਗੇ ਵਿਚਾਰੀਐ। ਪੜ੍ਹਿਆਂ ਹੋਇਆਂ ਦਾ ਅਤੇ ਓਮੀਆਂ ਅਨਪੜ੍ਹਿਆਂ ਦਾ
ਵਿਚਾਰ ਅੱਗੇ ਪ੍ਰਲੋਕ ਵਿੱਚ ਕਰਮਾਂ ਅਨੁਸਾਰ ਵਾਚਿਆ ਜਾਵੇਗਾ। ਮੋਹ ਚੱਲੈ ਸੋ ਅੱਗੇ ਮਾਰੀਐ। ਜੋ ਜੀਵ ਵਿਸ਼ਿਆਂ ਦੇ ਵਿੱਚ ਜੀਵਨ ਮੋਹੇ ਲੁਟਾ ਕੇ ਚੱਲਦੇ ਆ, ਜੋ ਲੋਭੀ ਮਨ ਮਤੀਏ ਮੋਹੇ ਮੂੰਹ ਆਈ ਬਕਦੇ ਆ, ਉਹ ਅੱਗੇ ਪ੍ਰਲੋਕ ਵਿੱਚ ਮਾਰ ਖਾਂਦੇ ਆ ਤੇ ਮਾਰੀਦੇ ਹਨ, ਭਾਵ ਨਰਕਾਂ ਵਿੱਚ ਪਾਏ ਜਾਣਗੇ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।